ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਵਾਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਚੋਣਾਂ ਦੀ ਗਿਣਤੀ ਸੰਬੰਧੀ ਸੀਈਓ ਡਾਕਟਰ ਐਸ ਕਰੁਣਾ ਰਾਜੂ ਨੇ ਦਿੱਤੀ ਜਾਣਕਾਰੀ। ਕਿਹਾ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸੰਬੰਧੀ ਤਿਆਰੀਆਂ ਮੁਕੰਮਲ। ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪੰਜਾਬ ਵਿੱਚ ਵਧੀ ਸਿਆਸੀ ਹਲਚਲ। ਅਚਾਨਕ ਸਰਕਾਰੀ ਰਿਹਾਇਸ਼ ਪਹੁੰਚੇ ਸੀਐਮ ਚਰਨਜੀਤ ਸਿੰਘ ਚੰਨੀ। ਅਤੇ 35 ਸਾਲਾਂ ਤੋਂ ਉਲਟਾ ਸਾਈਕਲ ਚਲਾ ਰਿਹਾ ਹੈ ਵਿਅਕਤੀ ਸ਼ੋਲੇ ਫਿਲਮ ਦੇਖ ਕੇ ਹੋਇਆ ਸੀ ਇੰਸਪਾਇਰ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੰਜਾਬ ਵਿਧਾਨ ਸਭਾ ਚੋਣਾਂ ਦੀ, ਜਿਸ ਦੇ ਨਤੀਜੇ ਕੱਲ ਨੂੰ ਆ ਜਾਣਗੇ ਤੇ ਉਸ ਤੋਂ ਪਹਿਲਾਂ ਕਾਫੀ ਜ਼ਿਆਦਾ ਹਲਚਲ ਮੱਚੀ ਹੋਈ ਹੈ। ਜੇਕਰ ਗੱਲ ਵੋਟਾਂ ਦੀ ਗਿਣਤੀ ਦੀ ਕੀਤੀ ਜਾਵੇ ਤਾਂ ਇਹਨਾਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁੱਕੀਆਂ ਨੇ ਤੇ ਇਹ ਕਹਿਣਾ ਹੈ ਡਾਕਟਰ ਐਸ ਕਰੁਣਾ ਰਾਜੂ ਦਾ, ਜਿਨ੍ਹਾਂ ਨੇ ਇਸ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ। ਕਾਊਂਟਿੰਗ ਬਹੁਤ ਬੜਾ ਸਿਸਟਮੈਟਿਕ ਕੰਮ ਹੈ। ਇਹਦੇ ਵਿੱਚ ਅਸੀਂ ਹਜ਼ਾਰਾਂ ਗਿਣਤੀ ਦੇ ਵਿੱਚ ਸਾਡੇ ਪੋਲ ਸਟਾਫ ਨੂੰ ਲੱਗਿਆ ਹੋਇਆ ਹੈ। ਉਹਨਾਂ ਦਾ ਟ੍ਰੇਨਿੰਗ ਹੋ ਗਿਆ, ਚਾਰ ਗੇੜੇ ਦੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਗਈ ਹੈ, ਕਿਉਂਕਿ ਖਾਸ ਕਰਕੇ ਇਹ ਇੱਕ ਵੋਟ ਕੀਮਤੀ ਹੈ। ਇਸ ਕਰਕੇ ਟੈਬੂਲੇਸ਼ਨ ਅਤੇ ਈਵੀਐਮ ਦੀ ਜਿਹੜੀ ਵੀ ਗਿਣਤੀ, ਇਹ ਸਾਰੀਆਂ ਕੰਮ ਬਹੁਤ ਹੀ ਸਿਸਟਮੈਟਿਕ ਢੰਗ ਨਾਲ ਅਤੇ ਪੇਸ਼ੈਂਸ ਨਾਲ ਕਰਨ ਵਾਲੀ ਕੰਮ ਹੈ। ਇਸ ਕਰਕੇ ਮਾਨਯੋਗ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਸਾਨੂੰ ਅਤੇ ਅਸੈਂਬਲੀ ਕੰਸਟੀਟੂਐਂਸੀ ਦੇ ਵਿੱਚ ਆਰਓ ਸਾਹਿਬਾਨ ਦੀ ਟੀਮ ਦੇ ਵਿੱਚ ਜਿੰਨਾ ਵੀ ਕਾਊਂਟਿੰਗ ਸਟਾਫ ਹੈ ਉਹ ਸਾਰਿਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ। ਐਨਕੋਰ ਐਪਲੀਕੇਸ਼ਨ ਤੇ ਡਰਾਈ ਰਨ ਵੀ ਅਸੀਂ ਕਰਵਾ ਦਿੱਤੀ ਗਈ ਹੈ, ਕਿਉਂਕਿ ਨਾਰਮਲੀ ਇੱਕ ਅਸੈਂਬਲੀ ਕੰਸਟੀਟੂਐਂਸੀ ਦੀ ਕਾਊਂਟਿੰਗ ਦੇ ਵਿੱਚ 14 ਟੇਬਲਸ ਨੂੰ ਅਸੀਂ ਲਗਾਏ ਕਾਊਂਟਿੰਗ ਦੇ ਕੰਮ ਲਈ, ਔਰ ਇੱਕ ਦੋ ਕੰਸਟੀਟੂਐਂਸੀ ਦੇ ਵਿੱਚ 14 ਨਹੀਂ, ਉਸ ਦਾ ਘੱਟ ਹੈ। ਇਸ ਕਰਕੇ ਜਿਹੜੇ ਵੀ ਰਾਉਂਡਵਾਰ ਗੇੜੇਵਾਰ ਗਿਣਤੀ ਹੁੰਦੀ ਹੈ, ਉਸ ਤੋਂ ਬਾਅਦ ਜਿਹੜੇ ਵੀ ਕੈਂਡੀਡੇਟਸ ਹੈ ਉਹ ਵੀ ਉਹਨਾਂ ਨੂੰ ਵੀ ਟੈਬੂਲੇਸ਼ਨ ਦਿਖਾਉਣਾ ਪੈਂਦਾ ਹੈ, ਔਰ ਉੱਥੇ ਜਨਰਲ ਅਬਜ਼ਰਵਰ ਸਾਹਿਬਾਨ ਦੀ ਤੈਨਾਤੀ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਹੈ, ਉਹਨਾਂ ਨੂੰ ਵੀ ਦਿਖਾਉਣਾ ਪੈਂਦਾ ਹੈ। ਉਸ ਤੋਂ ਬਾਅਦ ਜਿਹੜੇ ਵੀ ਅਪਰੂਵਲ ਤੋਂ ਬਾਅਦ ਫਿਰ ਇਹ ਡੇਟਾ ਐਨਕੋਰ ਦੇ ਵਿੱਚ ਅਸੀਂ ਅਪਲੋਡ ਕਰਾਂਗੇ। ਐਨਕੋਰ ਦੇ ਨਾਲ ਵੋਟਰ ਹੈਲਪਲਾਈਨ ਐਪ ਹੈ, ਉਹਦੇ ਵਿੱਚ ਵੀ ਮਾਨਯੋਗ ਇਲੈਕਸ਼ਨ ਕਮਿਸ਼ਨ ਵੱਲੋਂ ਇਹ ਸਾਰੀਆਂ ਜਾਣਕਾਰੀ ਲੋਕਾਂ ਨੂੰ ਅਵੇਲੇਬਲ ਕਰਾਏਂਗੇ, ਕਿਉਂਕਿ ਇਹ ਐਪ ਇੰਨਾ ਜ਼ਿਆਦਾ ਸੌਖਾ ਹੈ। ਹਰੇਕ ਵਿਅਕਤੀ ਬੈਠੇ ਘਰ ਵਿੱਚ ਬੈਠੇ ਹੀ ਇਲੈਕਸ਼ਨ ਦਾ ਰਿਜ਼ਲਟਸ ਦੇਖ ਸਕਦੇ हैं, गेड़ेवार के रिजल्ट, राउंडवार के रिजल्ट देख सकते हैं। और मीडिया वास्ते खास करके एक स्पेशल इंतजाम किए गए, क्योंकि मीडिया एक इम्पोर्टेंट हिस्सा है साडे एंटायर इलेक्शन प्रोसेस दे विच, क्योंकि जेडे भी इन्फॉर्मेशन मानयोग इलेक्शन कमिशन वाले सानू काम एग्जीक्यूशन वास्ते दिती है, और इस काम नू लोकां नू जानकारी देने दी जिम्मा तुसीं उठाया हो। इस करके असी हर एक इन्फॉर्मेशन 100% ट्रांसपेरेंसी दे नाल लोकां नू देना है। इस करके एक काउंटिंग सेंटर दे नेड़े एक मीडिया सेंटर भी बनाया गया है, उत्ते तुसीं आराम से बैठ सकते हो। ਉਧਰ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਹਲਚਲ ਮੱਚੀ ਹੋਈ ਹੈ, ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਜਾਣਗੇ ਤੇ ਨਤੀਜਿਆਂ ਤੋਂ ਬਾਅਦ ਸਾਨੂੰ ਪਤਾ ਲੱਗ ਜਾਵੇਗਾ ਕਿ ਪੰਜਾਬ ਦੇ ਵਿੱਚ ਕਿਸ ਦੀ ਸਰਕਾਰ ਬਣਨ ਜਾ ਰਹੀ ਹੈ ਤੇ ਕਿਹੜੀ ਪਾਰਟੀ ਸਭ ਤੋਂ ਮੋਹਰੀ ਰਹੀ। ਉਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਆਪਣੀ ਸਰਕਾਰੀ ਰਿਹਾਇਸ਼ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ। ਸਾਈਕਲ ਤਾਂ ਹਮੇਸ਼ਾ ਤੁਸੀਂ ਸਿੱਧਾ ਹੀ ਚਲਾਉਂਦੇ ਹੋਏ ਦੇਖਿਆ ਹੋਵੇਗਾ, ਪਰ ਇੱਕ ਵਿਅਕਤੀ ਅਜਿਹਾ ਵੀ ਹੈ ਜੋ ਸ਼ੋਲੇ ਫਿਲਮ ਤੋਂ ਇੰਸਪਾਇਰ ਹੋਇਆ ਤੇ ਉਸਨੇ ਸਾਈਕਲ ਪੁੱਠਾ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਇਸੇ ਦੇ ਚੱਲਦੇ ਉਸਨੇ ਬਹੁਤ ਸਾਰੇ ਰਿਕਾਰਡ ਵੀ ਆਪਣੇ ਨਾਮ ਦਰਜ ਕਰਵਾਏ। ਪੇਸ਼ ਹੈ ਇਸ ਦੀ ਰਿਪੋਰਟ। हर सफल व्यक्ति के पिछे कोई ना कोई कहानी जरूर हुंदी है। अजिही एक सफल कहानी है चंडीगढ़ फायर ब्रिगेड विभाग के कर्मी सुखदेव सिंह दी, जो शोले फिल्म विच धर्मिंदर नूं उल्टे हो के साइकिल चलाउंदे देख काफी प्रभावित होए सी ਅਤੇ ਅੱਜ ਉਹ ਉਸੇ ਤੋਂ ਪ੍ਰਭਾਵਿਤ ਹੋ ਕੇ ਲਗਭਗ 10 ਲੱਖ ਕਿਲੋਮੀਟਰ ਸਾਈਕਲ ਚਲਾ ਚੁੱਕੇ ਹਨ, ਜਿਸ ਦੀ ਬਦੌਲਤ ਉਹਨਾਂ ਦਾ ਨਾਮ 2013 ਵਿੱਚ ਲਿਮਕਾ ਬੁੱਕ ਆਫ ਰਿਕਾਰਡ ਵਿੱਚ ਦਰਜ ਹੋਇਆ ਸੀ। ਦੱਸਦੀਏ ਕਿ ਲੁਧਿਆਣਾ ਵਿੱਚ ਧਰਮਿੰਦਰ ਦੇ ਪਿੰਡ ਤੋਂ ਕੁਝ ਹੀ ਕਿਲੋਮੀਟਰ ਦੂਰੀ ਤੇ ਸੁਖਦੇਵ ਸਿੰਘ ਦਾ ਘਰ ਹੈ। ਸਕੂਲ ਤੋਂ ਭੱਜ ਕੇ 13 ਸਾਲ ਦੀ ਉਮਰ ਵਿੱਚ ਸੁਖਦੇਵ ਸਿੰਘ ਨੇ ਜਗਤ ਥੀਏਟਰ ਵਿੱਚ ਸ਼ੋਲੇ ਫਿਲਮ ਦੇਖੀ ਸੀ।
ਉਹ ਦੱਸਦੇ ਹਨ ਕਿ ਫਿਲਮ ਵਿੱਚ ਧਰਮਿੰਦਰ ਹਿਮਾ ਮਾਲਿਨੀ ਨੂੰ ਰਿਝਾਉਣ ਦੇ ਲਈ ਗਾਣਾ ਗਾਉਂਦਾ ਹੈ, ਕੋਈ ਹਸੀਨਾ ਜਬ ਰੂਠ ਚਾਹਤੀ ਹੈ। ਬਸ ਇਹੀ ਉਹ ਸੀਨ ਸੀ ਜਿਸ ਨੂੰ ਦੇਖ ਕੇ ਉਹਨਾਂ ਵਿੱਚ ਵੀ ਉਲਟਾ ਸਾਈਕਲ ਚਲਾਉਣ ਦਾ ਸ਼ੌਕ ਜਾਗ ਗਿਆ। ਉਹਨਾਂ ਦਾ ਘਰ ਮੋਹਾਲੀ ਫੇਸ 11 ਵਿੱਚ ਹੈ। ਉਹ ਸੈਕਟਰ 38 ਫਾਇਰ ਸਟੇਸ਼ਨ ਵਿੱਚ ਕੰਮ ਕਰਦੇ ਹਨ। ਸਵੇਰ ਅਤੇ ਸ਼ਾਮ ਉਹਨਾਂ ਦਾ ਰੂਟੀਨ ਸਾਈਕਲ ਤੇ ਆਫਿਸ ਆਉਣ ਜਾਣ ਦਾ ਹੈ। ਕੰਮ ਹੋਣ ਤੇ ਉਹ ਕਈ ਵਾਰ ਸੈਕਟਰ 17 ਫਾਇਰ ਬ੍ਰਿਗੇਡ ਦੇ ਮੁੱਖ ਦਫ਼ਤਰ ਵੀ ਸਾਈਕਲ ਚਲਾ ਕੇ ਪਹੁੰਚ ਜਾਂਦੇ ਹਨ। 13 ਸਾਲ ਦੀ ਉਮਰ ਦੇ ਵਿੱਚ ਮੈਂ ਸ਼ੋਲੇ ਫਿਲਮ ਦੇਖੀ ਸੀਗੀ। ਉਹ ਧਰਮਿੰਦਰ ਜੀ ਉਲਟਾ ਸਾਈਕਲ ਚਲਾਉਂਦੇ ਨੇ, ਸਟੰਟ ਕਰਦੇ ਨੇ ਸਾਈਕਲ ਦੇ ਉੱਪਰ। ਉਸ ਟਾਈਮ ਮੈਂ 8ਵੀਂ ਕਲਾਸ ਪੜ੍ਹਦਾ ਸੀ। ਸਕੂਲ ਤੋਂ ਭੱਜ ਕੇ ਦੇਖੀ ਸੀਗੀ ਜਗਤ ਥੀਏਟਰ ਚੰਡੀਗੜ੍ਹ। ਬਸ ਉਸ ਤੋਂ ਮਨ 'ਚ ਸ਼ੌਂਕ ਜਾਗ ਗਿਆ ਵੀ ਇਹੀ ਚਲਾਉਣਾ ਉਲਟਾ ਸਾਈਕਲ ਜੀ। ਹਾਂ, ਉਦੋਂ ਤੋਂ ਉਲਟਾ ਸਾਈਕਲ ਹੀ ਚਲਾ ਰਿਹਾ ਜੀ ਮੈਂ। ਅੱਜ ਤੱਕ ਕਿੰਨੇ ਕਿਲੋਮੀਟਰ ਦਾ ਸਫ਼ਰ? 10 ਲੱਖ ਕਿਲੋਮੀਟਰ ਦੀ ਪ੍ਰੈਕਟਿਸ ਹੋ ਗਈ ਮੇਰੀ। 35 ਸਾਲ ਹੋ ਗਏ। ਲਿਮਕਾ ਬੁੱਕ ਆਫ ਰਿਕਾਰਡ 2013, ਇੰਡੀਆ ਬੁੱਕ ਆਫ ਰਿਕਾਰਡ ਹੋਲਡਰ 2012। ਮੇਰਾ ਟਾਰਗੇਟ ਹੈ ਗਿਨੀਜ਼ ਬੁੱਕ ਦਾ ਜੀ। ਇਸ ਦੇ ਵਾਸਤੇ ਤੁਹਾਨੂੰ ਪ੍ਰਸ਼ਾਸਨ ਜਾਂ ਚੰਡੀਗੜ੍ਹ ਦੀ ਤਰਫੋਂ ਕੋਈ ਸਹਾਇਤਾ ਨਹੀਂ ਜੀ। ਡਿਪਾਰਟਮੈਂਟ ਨੇ ਪ੍ਰਮੋਸ਼ਨ ਵੀ ਨਹੀਂ ਕੀਤੀ ਜੀ ਮੇਰੀ। ਉਸ ਤੋਂ ਇਲਾਵਾ ਕੋਈ ਤੁਸੀਂ ਚਾਹੁੰਦੇ ਹੋ ਕਿ ਸਹਾਇਤਾ ਕੀਤੀ ਜਾਵੇ, ਤੁਸੀਂ ਵਰਲਡ ਬੁੱਕ 'ਚ ਵੀ ਆਪਣਾ ਨਾਮ ਰਿਕਾਰਡ ਕਰ ਸਕਦੇ? ਹਾਂਜੀ, ਮੇਰਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਆਉਣਾ ਚਾਹੀਦਾ ਜੀ। ਮੇਰੇ ਕੋਲ ਸਾਰਾ ਰਿਕਾਰਡ ਸੰਭਾਲਿਆ ਪਿਆ। ਨਿਊਜ਼ਪੇਪਰ ਆਰਟੀਕਲ ਜਿਹੜੇ ਮੇਰੇ ਉੱਤੇ ਆਏ ਨੇ ਸਾਰੇ ਮੈਂ ਫਾਈਲ ਬਣਾਈ ਹੋਈ ਹੈ ਜੀ। ਹੁਣ ਤੱਕ ਦਾ ਸਾਰਾ ਰਿਕਾਰਡ ਮੇਰੇ ਕੋਲ ਹੈ। ਇਹੀ ਚਾਹੁੰਦਾ ਜੀ ਕਿ ਮੈਨੂੰ ਮੇਰਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬੁੱਕ ਦੇ ਵਿੱਚ ਆਵੇ। ਇਹੀ ਰਿਕਾਰਡ ਜਿਹੜਾ ਮੇਰਾ ਹੈਗਾ ਇਹ 35 ਸਾਲਾਂ ਦਾ, ਇਹਨੂੰ ਮਤਲਬ ਇਹੀ ਮੰਨਿਆ ਜਾਵੇ ਰਿਕਾਰਡ। ਤੁਸੀਂ ਕੀ ਚਾਹੁੰਦੇ ਹੋ ਤੁਹਾਨੂੰ ਪ੍ਰਸ਼ਾਸਨ ਦੀ ਤਰਫੋਂ ਕਿਸ ਤਰ੍ਹਾਂ ਦੀ ਹੈਲਪ? ਇੱਕ ਤਾਂ ਡਿਪਾਰਟਮੈਂਟਲ ਮੈਨੂੰ ਪ੍ਰਮੋਸ਼ਨ ਕਰੇ ਜੀ ਮੇਰੀ। ਬਾਕੀ ਮੇਰੇ ਤੋਂ ਜੂਨੀਅਰ ਬੰਦੇ ਸੀ ਉਹ ਸਾਰੇ ਉਹਨਾਂ ਨੇ ਹੌਲਦਾਰ ਬਣਾਤਾ ਜੀ। ਹਾਂਜੀ ਜ਼ਰੂਰ ਜੀ, ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜੀ ਵੀ ਇੰਨੇ ਸਾਲ ਹੋ ਗਏ ਇਸ ਬੰਦੇ ਨੂੰ, ਘੱਟੋ ਘੱਟ ਕੋਈ ਨਾ ਕੋਈ ਮਾਨ ਸਨਮਾਨ ਤਾਂ ਮਿਲਣਾ ਚਾਹੀਦਾ। ट्रैफिक पुलिस मोहाली और ट्रैफिक पुलिस चंडीगढ़ मेरे को रिटर्न परमिशन आई ट्रैफिक पुलिस तो उल्टा साइकिल चलाने दी बीज रोड ਦੇ ਵਿੱਚ। ਮਤਲਬ ਤੁਹਾਨੂੰ ਕਾਫੀ ਹੌਸਲਾ ਜਿਹੜੇ ਦੇਖਣ ਵਾਲੇ ਆ ਉਹ ਤੁਹਾਨੂੰ ਕਿਸ ਤਰ੍ਹਾਂ ਦੇਖਦੇ? ਦੇਖਣ ਵਾਲੇ ਮੈਨੂੰ ਡਨ ਕਰਦੇ ਨੇ ਜੀ ਸਾਰੇ। ਮੋਬਾਈਲ ਦੇ ਵਿੱਚ ਮੂਵੀ ਬਣਾਉਂਦੇ ਆ, ਉਹਦੇ ਨਾਲ ਮੇਰਾ ਹੌਸਲਾ ਹੋਰ ਵੱਧ ਜਾਂਦਾ ਜੀ। ਸੁਖਦੇਵ ਸਿੰਘ ਰੋਜ਼ਾਨਾ ਲਗਭਗ 30 ਕਿਲੋਮੀਟਰ ਉਲਟਾ ਹੋ ਕੇ ਸਾਈਕਲ ਚਲਾਉਂਦੇ ਨੇ। ਇਸੇ ਕਾਰਨਾਮੇ ਦੇ ਚੱਲਦੇ ਉਹਨਾਂ ਦਾ ਨਾਮ ਲਿਮਕਾ ਬੁੱਕ ਆਫ ਰਿਕਾਰਡ 2013 ਵਿੱਚ ਦਰਜ ਹੋਇਆ ਸੀ। ਇਸ ਤੋਂ ਇਲਾਵਾ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਵੀ ਉਹਨਾਂ ਦਾ ਨਾਮ ਦਰਜ ਹੈ। ਉਹਨਾਂ ਦਾ ਸੁਪਨਾ ਹੁਣ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਉਣ ਦਾ ਹੈ। ਸ਼ਹਿਰ ਵਿੱਚ ਵਿਅਸਤ ਸੜਕਾਂ ਤੇ 35 ਸਾਲ ਤੋਂ ਉਹ ਸਾਈਕਲਿੰਗ ਕਰਦੇ ਰਹੇ ਨੇ। 2 ਸਾਲ ਪਹਿਲਾਂ ਉਹਨਾਂ ਦੇ ਗੋਡਿਆਂ ਦੀ ਸਰਜਰੀ ਹੋਈ ਸੀ। ਉਹਨਾਂ ਨੇ ਦੱਸਿਆ ਹੈ ਕਿ ਸਾਈਕਲ ਚਲਾਉਂਦੇ ਹੋਏ ਪੈਡਲ ਉਹਨਾਂ ਦੇ ਗੋਡਿਆਂ ਦੇ ਨਾਲ ਟਕਰਾਉਂਦਾ ਸੀ। ਅਜਿਹੇ ਵਿੱਚ ਉਹਨਾਂ ਦੇ ਕਲੌਟ ਹੋ ਜਾਂਦਾ ਸੀ। ਇਸੇ ਵਜ੍ਹਾ ਨਾਲ ਉਹਨਾਂ ਦੀ ਸਰਜਰੀ ਹੋਈ, ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਹਾਰ ਨਹੀਂ ਮੰਨੀ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਭਗਵਤ ਸਿੰਘ ਦੀ ਰਿਪੋਰਟ। ਪੀਜੀਆਈ ਨੇ ਲੋਕਾਂ ਦੀ ਸਹੂਲਤ ਦੇ ਲਈ ਇੱਕ ਮੋਬਾਈਲ ਐਪ ਸ਼ੁਰੂ ਕੀਤੀ ਹੈ। ਇਹ ਮੋਬਾਈਲ ਪੇਸ਼ੈਂਟ ਫ੍ਰੈਂਡਲੀ ਹੋਵੇਗੀ, ਯਾਨੀ ਕਿ ਹੁਣ ਜੋ ਪੇਸ਼ੈਂਟਸ ਨੇ ਉਹਨਾਂ ਨੂੰ ਜ਼ਿਆਦਾ ਖੱਜਲ ਖੁਆਰ ਹੋਣ ਦੀ ਲੋੜ ਨਹੀਂ ਹੋਵੇਗੀ। ਇਸ ਐਪ ਦੇ ਜ਼ਰੀਏ ਰਿਪੋਰਟਸ ਸਾਰੀਆਂ ਮੋਬਾਈਲ ਤੇ ਹੀ ਮਿਲ ਜਾਣਗੀਆਂ। ਚੰਡੀਗੜ੍ਹ ਦੇ ਵੱਡੇ ਸਿਹਤ ਸੰਸਥਾਨ ਪੀਜੀਆਈ ਵੱਲੋਂ ਇੱਥੇ ਆਉਣ ਵਾਲੇ ਮਰੀਜ਼ਾਂ ਨੂੰ ਇੱਕ ਵੱਡਾ ਤੋਹਫਾ ਦਿੰਦਿਆਂ ਇੱਕ ਪੇਸ਼ੈਂਟ ਫ੍ਰੈਂਡਲੀ ਮੋਬਾਈਲ SMS ਸੇਵਾ ਸ਼ੁਰੂ ਕੀਤੀ ਹੈ ਤੇ ਇਸ ਸੇਵਾ ਦੇ ਜ਼ਰੀਏ ਲੈਬ ਰਿਪੋਰਟਾਂ ਮਰੀਜ਼ ਦੇ ਮੋਬਾਈਲ ਫੋਨ ਤੇ ਹੀ ਆ ਜਾਣਗੀਆਂ, ਜਿਸ ਨਾਲ ਮਰੀਜ਼ ਨੂੰ ਪੀਜੀਆਈ ਲੈਬ ਦਾ ਵਿਜ਼ਿਟ ਨਹੀਂ ਕਰਨਾ ਪਵੇਗਾ। ਇਸ ਸੇਵਾ ਦੇ ਤਹਿਤ ਜਿਵੇਂ ਹੀ ਮਰੀਜ਼ਾਂ ਦੀ ਰਿਪੋਰਟ ਤਿਆਰ ਹੋ ਜਾਵੇਗੀ ਤਾਂ ਮਰੀਜ਼ ਨੂੰ ਇਸ ਦੀ ਰਜਿਸਟਰਡ ਮੋਬਾਈਲ ਨੰਬਰ ਤੇ ਜਾਣਕਾਰੀ ਮਿਲ ਜਾਵੇਗੀ ਤੇ ਸੁਨੇਹੇ ਦੇ ਵਿੱਚ ਇੱਕ ਲਿੰਕ ਵੀ ਹੋਵੇਗਾ ਤੇ ਇਸ ਦੇ ਜ਼ਰੀਏ ਮਰੀਜ਼ ਉਸ ਰਿਪੋਰਟ ਦਾ PDF ਵੀ ਡਾਊਨਲੋਡ ਕਰ ਸਕੇਗਾ। ਪਹਿਲਾਂ ਮਰੀਜ਼ਾਂ ਨੂੰ ਆਨਲਾਈਨ ਆਪਣੀ ਰਿਪੋਰਟ ਵੇਖਣੀ ਪੈਂਦੀ ਸੀ ਤੇ ਵਾਰ-ਵਾਰ ਸੰਬੰਧਿਤ ਵਿੰਡੋ ਤੇ ਜਾਣਾ ਪੈਂਦਾ ਸੀ ਤੇ ਰਿਪੋਰਟ ਦੇ ਪ੍ਰਿੰਟ ਆਊਟ ਲੈਣ ਲਈ ਉਹਨਾਂ ਨੂੰ ਲਾਈਨ ਦੇ ਵਿੱਚ ਇੰਤਜ਼ਾਰ ਤੱਕ ਵੀ ਕਰਨਾ ਪੈਂਦਾ ਸੀ। ਹੁਣ ਪੀਜੀਆਈ ਦੇ ਕੰਪਿਊਟਰ ਸੈਕਸ਼ਨ ਨੇ CTSC ਨੋਇਡਾ ਦੇ ਨਾਲ ਮਿਲ ਕੇ ਇਸ ਸਹੂਲਤ ਨੂੰ ਤਿਆਰ ਕੀਤਾ ਹੈ ਤੇ ਇਸ ਨਾਲ ਘਰ ਬੈਠੇ ਹੀ ਮਰੀਜ਼ ਆਪਣੀ ਰਿਪੋਰਟ ਦੇਖ ਸਕਣਗੇ ਅਤੇ ਇਸ ਨਾਲ ਸਮਾਂ ਅਤੇ ਪੈਸੇ ਦੋਵਾਂ ਦੀ ਬਚਤ ਹੋ ਸਕੇਗੀ ਤੇ ਪੀਜੀਆਈ ਦੇ ਪ੍ਰਸ਼ਾਸਨ ਮੁਤਾਬਕ ਇਸ ਸਹੂਲਤ ਦੇ ਨਾਲ ਪੀਜੀਆਈ ਵਿੱਚ ਮਰੀਜ਼ਾਂ ਦੀ ਭੀੜ ਵੀ ਘਟ ਜਾਏਗੀ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਜਿੱਥੇ ਇੱਕ ਪਾਸੇ ਪੀਜੀਆਈ ਵੱਲੋਂ ਮੋਬਾਈਲ ਐਪ ਦਾ ਐਲਾਨ ਕੀਤਾ ਗਿਆ ਤਾਂ ਉੱਥੇ ਹੀ ਦੂਜੇ ਪਾਸੇ ਪੀਜੀਆਈ ਦੇ ਕਰਮਚਾਰੀਆਂ ਨੇ ਹੜਤਾਲ ਦਾ ਵੀ ਐਲਾਨ ਕਰ ਦਿੱਤਾ ਸੀ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਗੱਲਬਾਤ ਹੋਈ ਤਾਂ ਟਾਲ ਦਿੱਤੀ ਗਈ ਇਹ ਹੜਤਾਲ, ਪਰ ਕੀ ਪੂਰਾ ਮਾਮਲਾ ਹੈ, ਦੇਖਦੇ ਹਾਂ ਇਸ ਰਿਪੋਰਟ ਵਿੱਚ।
ਪੀਜੀਆਈ ਕਰਮਚਾਰੀਆਂ ਵੱਲੋਂ ਹੜਤਾਲ ਉੱਤੇ ਜਾਣ ਦਾ ਐਲਾਨ ਕਰਨ ਨਾਲ ਸਾਰਿਆਂ ਦੀ ਮੁਸ਼ਕਲਾਂ ਵੱਧ ਗਈਆਂ ਹਨ। ਹਾਲਾਂਕਿ ਬੀਤੀ ਰਾਤ ਕਰਮਚਾਰੀਆਂ ਤੇ ਪੀਜੀਆਈ ਪ੍ਰਬੰਧਨ ਵਿਚਕਾਰ ਗੱਲਬਾਤ ਤੋਂ ਬਾਅਦ ਹੜਤਾਲ ਦਾ ਸੰਕਟ ਟਲ ਗਿਆ। ਕਰਮਚਾਰੀਆਂ ਨੇ ਪੀਜੀਆਈ ਪ੍ਰਬੰਧਨ ਦਾ ਭਰੋਸਾ ਮਿਲਣ ਉੱਤੇ ਹੜਤਾਲ ਨੂੰ ਮੁਲਤਵੀ ਕਰ ਦਿੱਤਾ। ਦਰਅਸਲ ਪੀਜੀਆਈ ਦੇ ਵੱਖ-ਵੱਖ ਵਿਭਾਗਾਂ ਦੇ 4000 ਕਰਮਚਾਰੀਆਂ ਨੇ ਹੜਤਾਲ ਉੱਤੇ ਜਾਣ ਦੀ ਚੇਤਾਵਨੀ ਦੇ ਰੱਖੀ ਸੀ। ਪ੍ਰਸ਼ਾਸਨ ਨੇ ਸੰਧੀ ਉੱਤੇ ਤੈਨਾਤ ਕਰਮਚਾਰੀਆਂ ਨੂੰ 7 ਦਿਨ ਦੇ ਅੰਦਰ ਸਮਾਨ ਕੰਮ ਸਮਾਨ ਤਨਖਾਹ ਦੇਣ ਦੀ ਵਿਵਸਥਾ ਲਾਗੂ ਕਰਨ ਦਾ ਲਿਖਿਤ ਵਿੱਚ ਭਰੋਸਾ ਦਿੱਤਾ ਹੈ। ਇਸ ਤੋਂ ਬਾਅਦ ਹੀ ਕਰਮਚਾਰੀਆਂ ਨੇ ਹੜਤਾਲ ਨਹੀਂ ਕਰਨ ਦਾ ਫੈਸਲਾ ਲਿਆ। इसीलिए डॉक्टर्स और नर्सेज ने भी हाथ खड़े कर दिए थे कि कल की शिफ्ट हम नहीं चला सकते बिना इनके अच्छे ऐसे के सिक्योरिटी गार्ड के। तो एक बहुत मायने रखती थी ये चीज़ भी। फैसला ये है कि 1 हफ्ते का टाइम मांगा है पीजीआई ने, मिनिस्ट्री में भेजा, वहाँ से जवाब 1 हफ्ते में लाना पीजीआई प्रशासन की जिम्मेवारी है। यस हो नो हो बात की बात है, यस हो या नो हो बात की बात है। मैं फिर बता रहा हूँ आपको बार बार कि वहाँ से जवाब लेना है जरूरी। वो पीजीआई प्रशासन की ड्यूटी बनती थी जो पीजीआई नहीं निभा रहा था, इसलिए स्ट्राइक करनी पड़ी। जो कल पीजीआई ने उसके बाद इसको निभाया और ये लेटर हमारे हाथ में दे दिया। इसको पीजीआई प्रशासन ने वहाँ सेंड कर दिया है। अब वो वार्तालाप जो करेगा करेगा मिनिस्ट्री से, उसका जो जवाब आएगा, जो लेटर हमें देगा उसके मुताबिक हम आगे की कार्रवाई करेंगे। अगर मिनिस्ट्री मना करता है तो यहाँ से हम दिल्ली जाना पड़े, हम दिल्ली भी जाएंगे, नो डाउट है। ਧਿਆਨਯੋਗ ਹੈ ਕਿ ਹਾਈ ਕੋਰਟ ਵੱਲੋਂ ਪੀਜੀਆਈ ਵਿੱਚ ਸਮਾਨ ਕਾਰਜ ਸਮਾਨ ਤਨਖਾਹ ਦਾ ਮਾਨਕ ਲਾਗੂ ਕਰਨ ਦਾ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਉਸ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਇਸ ਦੇ ਵਿਰੋਧ ਵਿੱਚ ਪੀਜੀਆਈ ਵਿੱਚ ਕੰਮ ਕਰਦੇ 4000 ਕਰਮਚਾਰੀ ਮੰਗਲਵਾਰ ਨੂੰ 24 ਘੰਟੇ ਦੀ ਹੜਤਾਲ ਕਰਨ ਵਾਲੇ ਸੀ। ਇਸ ਤੋਂ ਪਹਿਲਾਂ ਸੋਮਵਾਰ ਸਵੇਰੇ ਲੇਬਰ ਕਮਿਸ਼ਨ ਨੇ ਦੋਨਾਂ ਪੱਖਾਂ ਨੂੰ ਸੱਦ ਕੇ ਸੁਲ੍ਹਾ ਕਰਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਲੇਬਰ ਕਮਿਸ਼ਨਰ ਦੇ ਇੱਥੇ ਸ਼ਾਮ 5 ਵਜੇ ਤੱਕ ਕਈ ਪੜਾਅ ਵਿੱਚ ਹੋਈ ਗੱਲਬਾਤ ਫੈਸਲਾ ਤੱਕ ਨਹੀਂ ਪਹੁੰਚ ਸਕੀ, ਜਿੱਥੇ ਕਰਮਚਾਰੀਆਂ ਨੇ ਅਗਲੇ ਦਿਨ ਦੀ ਹੜਤਾਲ ਦੀ ਤਿਆਰੀ ਸ਼ੁਰੂ ਕਰ ਦਿੱਤੀ। लोग वही काम कर रहे हैं जो एक सफाई कर्मचारी कर रहा है, उसको जो गवर्नमेंट सैलरी दे रही है उसके एवज में कॉन्ट्रैक्ट को अगर रखा है उसको ये डीसी रेट दे रहे हैं। वो डीसी रेट क्या होता है? वो ये है कि कॉन्ट्रैक्ट सिस्टम है कि कोई एक बिल्डिंग बनानी है, उसमें 3 साल 4 साल 5 साल लगने हैं, वो एक एडजस्ट होता है, उसमें आप कॉन्ट्रैक्ट सिस्टम दे सकते हो। लेकिन एक पूरी लाइफ चलना है, अगर एक बार ज्वाइन कर लिया आपने, जब तक सारी उम्र वहाँ पर निकालना है तो उसको कॉन्ट्रैक्ट सिस्टम नहीं माना जा सकता। उसके लिए लड़ाई लड़ी, CACLB से कॉन्ट्रैक्ट सिस्टम खत्म किया गया। खत्म करने के बाद आपका क्या करना है? कॉन्ट्रैक्ट सिस्टम तो खत्म हो गया, फिर वर्कर का क्या करना है जो वहाँ काम कर रहे हैं एम्प्लॉइज, इसका मतलब निकालना उसको। ਉਧਰ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਪੀਜੀਆਈ ਨਿਦੇਸ਼ਕ ਅਤੇ ਵੱਖਰਾ ਪ੍ਰਬੰਧਕੀ ਅਧਿਕਾਰੀਆਂ ਦੇ ਨਾਲ ਸ਼ਾਮ 7 ਤੋਂ 12 ਵਜੇ ਤੱਕ ਕਈ ਪੜਾਅ ਵਿੱਚ ਗੱਲਬਾਤ ਚੱਲੀ, ਪਰ ਪੀਜੀਆਈ ਪ੍ਰਸ਼ਾਸਨ ਉਹਨਾਂ ਨੂੰ ਲਿਖਤੀ ਕੁਝ ਵੀ ਦੇਣ ਨੂੰ ਤਿਆਰ ਨਹੀਂ ਸੀ। ਇਸ ਲਈ ਰਾਤ 12 ਵਜੇ ਹੜਤਾਲ ਦੀ ਘੋਸ਼ਣਾ ਕਰ ਦਿੱਤੀ ਗਈ। ਜਗਬਾਣੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਵੀ ਕ੍ਰਾਈਮ ਦਾ ਗ੍ਰਾਫ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜੇਕਰ ਗੱਲ ਆਟੋ ਚੋਰੀ ਦੀ ਕੀਤੀ ਜਾਵੇ ਤਾਂ ਹਰ ਦਿਨ ਕੋਈ ਨਾ ਕੋਈ ਖਬਰ ਸਾਹਮਣੇ ਆ ਹੀ ਜਾਂਦੀ ਹੈ ਕਿ ਕਿਸੇ ਨਾ ਕਿਸੇ ਜਗ੍ਹਾ ਤੋਂ ਆਟੋ ਚੋਰੀ ਹੋਇਆ ਹੈ ਤੇ ਇੱਕ ਵਾਰ ਫਿਰ ਤੋਂ ਆਟੋ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਵਿੱਚ ਪੂਰੀ ਵਾਰਦਾਤ CCTV ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਚੰਡੀਗੜ੍ਹ ਸ਼ਹਿਰ ਵਿੱਚ ਆਏ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਆਏ ਦਿਨ ਚੋਰ ਕੋਈ ਨਾ ਕੋਈ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਅਜਿਹਾ ਇੱਕ ਮਾਮਲਾ ਚੰਡੀਗੜ੍ਹ ਸ਼ਹਿਰ ਦੇ ਸੈਕਟਰ 32C ਚੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਘਰ ਦੇ ਬਾਹਰ ਖੜੇ ਆਟੋ ਨੂੰ ਚੋਰੀ ਕਰ ਉੱਥੋਂ ਮੌਕੇ ਤੋਂ ਫਰਾਰ ਹੋ ਗਏ। ਉਧਰ ਵਾਰਦਾਤ ਘਰ ਦੇ ਬਾਹਰ ਲੱਗੇ CCTV ਕੈਮਰੇ ਵਿੱਚ ਕੈਦ ਹੋ ਗਈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਚੋਰ ਕਿੰਨੇ ਸ਼ਾਤਿਰਾਨਾ ਤਰੀਕੇ ਨਾਲ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਉਧਰ ਮਾਮਲੇ ਵਿੱਚ ਆਟੋ ਡਰਾਈਵਰ ਨੂੰ ਚੋਰੀ ਦਾ ਪਤਾ ਲੱਗਣ ਤੋਂ ਬਾਅਦ ਉਸਨੇ ਇਸ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਹੈ, ਜਿਸ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਧਰ ਮਾਮਲੇ ਵਿੱਚ ਆਟੋ ਯੂਨੀਅਨ ਦੇ ਪ੍ਰਧਾਨ ਨੇ ਵੀ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਵਿੱਚ ਜਲਦ ਚੋਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। नमस्कार, मैं अनिल कुमार, चंडीगढ़ ऑटो रिक्शा यूनियन प्रधान। अक्सर आए दिन ऑटो की चोरी दिनों दिन बढ़ती चली जा रही है और ट्राई सिटी के अंदर अब तक 93 ऑटो जो है चोरी हो चुके हैं,
जिसमें हमारी एक छोटी सी ग्रुप ऑटो वालों के बना हुआ है, छोटा सा ही, ज़्यादा बड़ा नहीं है। और वो ऑटो चालक शहर में घूमते रहते हैं और अगर किसी का ऑटो चोरी हो जाता है तो हम उस चोरी हुए ऑटो की जानकारी पुलिस को तथा अपने ग्रुप में शेयर करते हैं ताकि जो गुम हुआ ऑटो है वह मिल जाए। तो इसी प्रकार से हमारी ये मुहिम चल रही है और अब तक हमने लगभग 41 के जो लगभग ऑटो हैं वो हमने ढूंढ करके ऑटो चालकों के जिनके गुम हुए थे, जिनके किसी की FIR दर्ज है थाने में या किसी की DDR दर्ज है, तो पुलिस के माध्यम से हमने वह ऑटो जो है वो उन तक वापस कर दिए हैं। अब आए दिन शहर में चोरों का हौसला इतना बुलंद हो गया है कि घर के आगे से खड़ा ऑटो जो है चुरा कर ले जाते हैं। उनके पास पता नहीं कौन सी तरकीब है कि वो बिना चाबी के ऑटो स्टार्ट कर लेते हैं। जैसा कि एक CCTV फुटेज में आप देख सकते हैं कि एक ऑटो बिल्कुल घर के बाहर खड़ा है। कल रात की घटना है, 32C चंडीगढ़। एक ऑटो चालक रात को अपना ऑटो खड़ा करता है, दिन भर ऑटो चला कर खार करके, और उसके बाद ऑटो खड़ा जो करता है तो रात को आप देखेंगे 1:27 में CCTV फुटेज के माध्यम से हमें वो जानकारी मिली है और वो 1:27 पर ऑटो जो है चुराते हैं। तो मेरी चंडीगढ़ पुलिस से यह हम्बल रिक्वेस्ट है कि इन चोरों को पकड़े और शहर के अंदर हो रही वारदातों पर लगाने में अहम अपना रोल निभाएं ताकि जो क्राइम है उसको कंट्रोल कर सकें, उनको धरपकड़ करी जाए। मुझे उम्मीद है कि जब आप इनको पकड़ोगे आपको कामयाबी मिलेगी और भी जो चोरी ऑटो हो चुके हैं वो जल्दी इन चोरों के माध्यम से रिकवर हो जाएंगे। तो मैं उम्मीद करता हूँ SSP साहब से इस पर एक्शन लेंगे। ਦੱਸ ਦਈਏ ਕਿ ਟਰਾਈ ਸਿਟੀ ਵਿੱਚ ਆਟੋ ਚੋਰੀ ਹੋਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਆਏ ਦਿਨ ਆਟੋ ਚੋਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ, ਪਰ ਸ਼ਿਕਾਇਤ ਕਰਨ ਤੋਂ ਬਾਅਦ ਵੀ ਹਾਲੇ ਤੱਕ ਆਟੋ ਚੋਰੀ ਕਰਨ ਵਾਲੇ ਗ੍ਰਿਫਤਾਰ ਨਹੀਂ ਹੋਏ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਚੋਰੀ ਹੋਏ ਆਟੋ ਅਕਸਰ ਸ਼ਿਕਾਇਤ ਦੇ ਬਾਅਦ ਮਿਲ ਜਾਂਦੇ ਨੇ, ਪਰ ਕੁਝ ਦੀ ਹਾਲਤ ਠੀਕ ਹੁੰਦੀ ਹੈ, ਪਰ ਕਈ ਆਟੋਜ਼ ਦੇ ਵਿੱਚੋਂ ਸਾਰਾ ਸਮਾਨ ਗਾਇਬ ਹੁੰਦਾ ਹੈ, ਜਿਸ ਤੋਂ ਬਾਅਦ ਆਟੋ ਚਾਲਕ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਸ਼ਿਕਾਇਤ ਹੋਣ ਤੋਂ ਬਾਅਦ ਪੁਲਿਸ ਇਹਨਾਂ ਆਰੋਪੀਆਂ ਨੂੰ ਕਦੋਂ ਤੱਕ ਗ੍ਰਿਫਤਾਰ ਕਰ ਪਾਉਂਦੀ ਹੈ। ਜਗਬਾਣੀ ਟੀਵੀ ਚੰਡੀਗੜ੍ਹ ਦੇ ਲਈ ਕੁਲਦੀਪ ਕੁਮਾਰ ਦੀ ਰਿਪੋਰਟ। ਚੰਡੀਗੜ੍ਹ ਦੇ ਵਿੱਚ ਅੰਡਰ 25 ਟੂਰਨਾਮੈਂਟ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਖਿਡਾਰੀਆਂ ਦੀ ਰਿਹਰਸਲ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਇਸ ਮੈਚ ਦੇ ਵਿੱਚ ਜਿੱਤ ਦਰਜ ਕਰਵਾਈ ਜਾ ਸਕੇ। ਆਉਣ ਵਾਲੀਆਂ BCCI ਮੇਨਸ ਅੰਡਰ 25 ਟੂਰਨਾਮੈਂਟ ਦੇ ਮੱਦੇਨਜ਼ਰ ਚੰਡੀਗੜ੍ਹ ਦੀ ਟੀਮ ਨੇ ਆਪਣੀ ਕਮਰ ਕਸ ਲਈ ਹੈ। UT ਕ੍ਰਿਕਟ ਐਸੋਸੀਏਸ਼ਨ ਦੇ ਸੱਦੇ ਤੇ ਬੁੱਧਵਾਰ ਨੂੰ ਸੈਕਟਰ 16 ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਚੰਡੀਗੜ੍ਹ ਤੇ ਪੰਜਾਬ ਦੀ ਟੀਮ ਨੇ ਇੱਕ ਫ੍ਰੈਂਡਲੀ ਪ੍ਰੈਕਟਿਸ ਕ੍ਰਿਕਟ ਮੈਚ ਖੇਡਿਆ ਜੋ ਕਿ 3 ਦਿਨਾਂ ਤੱਕ ਚੱਲੂਗਾ। ਚੰਡੀਗੜ੍ਹ ਕ੍ਰਿਕਟ ਟੀਮ ਦੇ ਕੋਚ ਅਮਿਤ ਉਨਿਆਲ ਨੇ ਦੱਸਿਆ ਕਿ ਮੈਚ ਖੇਡਣ ਦਾ ਮਕਸਦ ਖਿਡਾਰੀਆਂ ਦੀ ਕਮਜ਼ੋਰੀਆਂ ਨੂੰ ਦੂਰ ਕਰਨਾ ਤੇ ਮਜ਼ਬੂਤੀਆਂ ਦੀ ਪਰਖ ਕਰਨਾ ਹੋਵੇਗਾ। ਇਸ ਪ੍ਰੈਕਟਿਸ ਮੈਚ ਦੇ ਵਿੱਚ BCCI ਦੇ ਵੱਡੇ ਟੂਰਨਾਮੈਂਟ ਤੋਂ ਪਹਿਲਾਂ ਇੱਕ ਸਹਾਇਕ ਸਿੱਧ ਹੋਣ ਦੀ ਵੀ ਗੱਲ ਉਹਨਾਂ ਨੇ ਕਹੀ। हमारा अंडर 25 का कर्नल CK नायडू ट्रॉफी शुरू होने वाली है 17 तारीख से, 17 मार्च से, तो उसी की प्रिपरेशन के लिए हम लोग प्रैक्टिस मैच खेल रहे हैं बिटवीन पंजाब और चंडीगढ़। 3 दिन का ये मैच है। ये हमारी इस टाइम बहुत बढ़िया एटमॉस्फेयर है टीम का और लड़के बहुत अच्छे लग रहे हैं, अभी बहुत अच्छी शेप में हैं और अच्छा फिट है, तो हमारे को बहुत अच्छा इस टाइम कॉन्फिडेंस लेवल काफ़ी हाई है। वनडे में भी हमने अच्छा खेला है और इस टाइम हम पूरी अपनी अच्छी टीम में खेल रहे हैं। हमारी पूरी पैक टीम है एंड पूरी उम्मीद है कि हम अच्छा करके आएंगे इस 4 टूर्नामेंट में। ਦੱਸ ਦਈਏ ਕਿ CTCA ਦੇ ਗਠਨ ਤੋਂ ਬਾਅਦ ਲਗਾਤਾਰ ਚੰਡੀਗੜ੍ਹ ਦੇ ਖਿਡਾਰੀ ਲਗਾਤਾਰ ਆਪਣੀ ਮਿਹਨਤ ਦਾ ਲੋਹਾ ਮਨਵਾ ਰਹੇ ਹਨ ਤੇ ਉਹਨਾਂ ਨੂੰ ਖੇਡਣ ਦਾ ਮੌਕਾ ਵੀ ਮਿਲ ਰਿਹਾ। ਹਾਲ ਹੀ ਦੇ ਵਿੱਚ ਅੰਡਰ 19 ਦੇ ਵਿੱਚ ਵੀ ਚੰਡੀਗੜ੍ਹ ਦੇ ਪਲੇਅਰ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਤੇ ਇਸ ਨੂੰ ਵੇਖਦੇ ਹੋਏ ਹੁਣ ਲਗਾਤਾਰ ਮੈਚਾਂ ਦਾ ਆਯੋਜਨ ਕੀਤਾ ਜਾ ਰਿਹਾ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। 9 ਮਾਰਚ ਦਾ ਦਿਨ ਨੋ ਸਮੋਕਿੰਗ ਡੇ ਵਜੋਂ ਮਨਾਇਆ ਜਾਂਦਾ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ ਇਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਜੋ ਲੋਕ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ। ਇਸ ਦੌਰਾਨ ਲੋਕਾਂ ਨੂੰ ਦੱਸਿਆ ਗਿਆ ਕਿ ਸਿਗਰਟ ਪੀਣ ਦੇ ਨਾਲ ਕੀ ਨੁਕਸਾਨ ਹੁੰਦੇ ਨੇ। 9 ਮਾਰਚ ਯਾਨੀ ਨੋ ਸਮੋਕਿੰਗ ਡੇ। ਇਸ ਦਿਨ ਦੁਨੀਆ ਭਰ ਦੇ ਵਿੱਚ ਸਿਗਰਟ ਨੋਸ਼ੀ ਨਾ ਕਰਨ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਹਰ ਸਾਲ ਮਾਰਚ ਦੇ ਦੂਜੇ ਬੁੱਧਵਾਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤੇ ਇਸ ਦਿਨ ਦਾ ਮਕਸਦ ਲੋਕਾਂ ਨੂੰ ਸਿਗਰਟ ਨੋਸ਼ੀ ਦੀ ਬੁਰੀ ਆਦਤ ਨੂੰ ਛੁਟਕਾਰਾ ਦਿਵਾਉਣਾ ਹੁੰਦਾ ਹੈ। ਤੰਬਾਕੂ ਜਾਂ ਸਿਗਰਟ ਇੱਕ ਹਾਨੀਕਾਰਕ ਪਦਾਰਥ ਹੁੰਦਾ ਹੈ ਤੇ ਇਸ ਦੇ ਸੇਵਨ ਦੇ ਨਾਲ ਕਈ ਤਰ੍ਹਾਂ ਦੇ ਰੋਗ ਵੀ ਹੋ ਸਕਦੇ ਨੇ ਤੇ ਇਸ ਦਾ ਜ਼ਿਆਦਾ ਸੇਵਨ ਗੰਭੀਰ ਬਿਮਾਰੀਆਂ ਨੂੰ ਵਧਾਵਾ ਦਿੰਦਾ ਹੈ ਤੇ ਸਰੀਰ ਨੂੰ ਕਮਜ਼ੋਰ ਬਣਾ ਦਿੰਦਾ ਹੈ। ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਸਿਗਰਟ ਨੋਸ਼ੀ ਦੇ ਕਾਰਨ ਹੀ ਹੁੰਦੀਆਂ ਨੇ ਤੇ ਹਿਰਦੇ ਨਾਲ ਜੁੜੀਆਂ ਬਿਮਾਰੀਆਂ ਵੀ ਸਭ ਤੋਂ ਜ਼ਿਆਦਾ ਸਿਗਰਟ ਨੋਸ਼ੀ ਦੇ ਸੇਵਨ ਦੇ ਕਾਰਨ ਹੋਣ ਲੱਗੀਆਂ ਨੇ।
ਅਜਿਹੇ ਵਿੱਚ ਸਿਹਤ ਮਾਹਰ ਸਿਗਰਟ ਨੋਸ਼ੀ ਨਾ ਕਰਨ ਦੀ ਸਲਾਹ ਦਿੰਦੇ ਨੇ, ਲੇਕਿਨ ਸਿਗਰਟ ਨੋਸ਼ੀ ਦੀ ਆਦਤ ਲੱਗ ਜਾਣ ਦੇ ਬਾਅਦ ਇਸ ਨੂੰ ਛੱਡਣਾ ਮੁਸ਼ਕਲ ਹੋ ਜਾਂਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰੈਜ਼ੀਡੈਂਟ ਡਾਕਟਰ ਆਰ.ਐਸ. ਬੇਦੀ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਸੀ ਕਿ ਸਿਗਰਟ ਨੋਸ਼ੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਤੇ ਇਹ ਇੱਕ ਗੰਦੀ ਲੱਤ ਤੋਂ ਵੱਧ ਕੇ ਹੋਰ ਕੁਝ ਨਹੀਂ ਹੈ ਤੇ ਕਿੰਨੀਆਂ ਹੀ ਬਿਮਾਰੀਆਂ ਨੂੰ ਇਹ ਨਿਉਂਦਾ ਨਿਧੀ ਹੈ ਤੇ ਲੰਗ ਕੈਂਸਰ ਤੋਂ ਲੈ ਕੇ ਸਟ੍ਰੋਕ, ਹਾਰਟ ਦੀ ਬਿਮਾਰੀ ਸਮੇਤ ਕਈ ਬਿਮਾਰੀਆਂ ਇਸੇ ਤੋਂ ਹੀ ਪੈਦਾ ਹੁੰਦੀਆਂ ਨੇ। ਅੱਜ ਜਿਵੇਂ ਸਭ ਨੂੰ ਪਤਾ ਹੈ ਕਿ ਇੱਕ ਸਮੋਕਿੰਗ ਡੇ ਦੇ ਨਾਮ ਤੇ ਇਹ ਜਿਹੜਾ ਦਿਨ ਹੈ ਡੈਡੀਕੇਟ ਕੀਤਾ ਗਿਆ ਹੈ, ਉਹ ਇਸ ਕਰਕੇ ਕੀਤਾ ਗਿਆ ਹੈ ਕਿਉਂਕਿ ਇਹ ਦੇਖਿਆ ਗਿਆ ਹੈ ਕਿ ਖਾਸ ਕਰਕੇ ਹਿੰਦੁਸਤਾਨ ਵਿੱਚ ਲੋਕੀ ਜਿਹੜੇ ਸਮੋਕ ਕਰਦੇ ਨੇ ਉਹਨਾਂ ਦੀ ਤਾਦਾਦ ਦਿਨ ਬ ਦਿਨ ਵਧੀ ਜਾ ਰਹੀ ਹੈ। ਹੁਣ ਇਹਦੇ ਨੁਕਸਾਨ ਕੀ ਨੇ? ਨੁਕਸਾਨ ਇੱਕ ਤਾਂ ਜਿਹੜੇ ਸਮੋਕ ਕਰਨ ਵਾਲੇ ਨੇ ਉਹਨਾਂ ਨੂੰ ਤਾਂ ਹੈ ਹੀ, ਮਗਰ ਉਹਨਾਂ ਦੇ ਨਾਲ ਜਿਹੜੇ ਰਹਿੰਦੇ ਨੇ ਲੋਕ ਉਹਨਾਂ ਨੂੰ ਵੀ ਉਨਾ ਹੀ ਨੁਕਸਾਨ ਹੈ ਜਿੰਨਾ ਕਿ ਜਿਹੜਾ ਸਮੋਕ ਕਰਦਾ ਉਹਨੂੰ ਹੀ ਨੁਕਸਾਨ ਹੈ। ਸਮੋਕ ਕਰਕੇ ਤੇ ਪਤਾ ਹੈ ਕਿ ਲੰਗ ਦਾ ਕੈਂਸਰ ਬਹੁਤ ਜ਼ਿਆਦਾ ਤਾਦਾਦ ਵਿੱਚ ਸਮੋਕਿੰਗ ਕਰਕੇ ਹੈਗਾ। ਉਸ ਤੋਂ ਇਲਾਵਾ ਐਸਥਮਾ ਜਾਂ ਕ੍ਰੋਨਿਕ ਲੰਗ ਡਿਜ਼ੀਜ਼ਸ, ਹਾਰਟ ਦੀਆਂ ਪ੍ਰੋਬਲਮ, ਸਟ੍ਰੋਕ, ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਹੈਗੀਆਂ ਇਹ ਡਾਇਰੈਕਟਲੀ ਸੰਬੰਧਿਤ ਨੇ ਸਮੋਕਿੰਗ ਦੇ ਨਾਲ। ਹੁਣ ਇੱਕ ਤਾਂ ਸਮੋਕਿੰਗ ਹੋ ਗਈ ਜਿਹੜਾ ਅਸੀਂ ਕਹਿੰਦੇ ਟੋਬੈਕੋ ਯੂਜ਼, ਤਾਂ ਟੋਬੈਕੋ ਯੂਜ਼ ਇੱਕ ਤਾਂ ਸਮੋਕ ਵਾਲੇ ਜਿਹੜੇ ਪਦਾਰਥ ਨੇ ਬੀੜੀਆਂ, ਸਿਗਰਟ, ਉਹਨਾਂ ਦੇ ਰਾਹੀਂ ਇਹਦਾ ਸੇਵਨ ਹੁੰਦਾ ਹੈ। ਔਰ ਦੂਸਰਾ ਹੈਗਾ ਸਮੋਕਲੈਸ ਜਿਹੜਾ ਟੋਬੈਕੋ ਹੈ, ਉਹ ਜਿਵੇਂ ਪਾਨ ਮਸਾਲਾ ਹੈ ਜਾਂ ਗੁਟਕਾ ਹੈਗਾ, ਕਈ ਸਟੇਟਸ ਨੇ ਉਹਨਾਂ ਨੂੰ ਬੈਨ ਵੀ ਕਰ ਦਿੱਤਾ ਹੈ, ਮਗਰ ਉਹਦੇ ਕਰਕੇ ਵੀ ਬਹੁਤ ਜ਼ਿਆਦਾ ਲੋਕੀ ਜਿਹੜੇ ਹੈਗੇ ਨੇ ਇਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ। ਸਰ, ਸਿਗਰਟ ਨਾਲੋਂ ਜਿਹੜਾ ਆਮ ਤੰਬਾਕੂ ਡਾਇਰੈਕਟ ਆਪਾਂ ਪਹੁੰਚਦੇ ਹਾਂ, ਕਿੰਨਾ ਕੁ ਘਾਤਕ ਹੈ ਸਿਗਰਟ ਨਾਲ? ਦੇਖिए ਉਹ ਸਿਗਰਟ ਨਾਲੋਂ ਵੀ ਜ਼ਿਆਦਾ ਘਾਤਕ ਹੈ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਔਰ ਇਹਦਾ ਪ੍ਰੀਵੈਂਸ਼ਨ ਜਿਹੜੀ ਹੈਗੀ ਹੈ, ਮੇਰੀ ਸਰਕਾਰ ਤੋਂ ਵੀ ਅੱਜ ਦੇ ਦਿਨ ਇੱਕ ਅਪੀਲ ਹੈਗੀ ਹੈ ਕਿ ਜਿਹੜੇ ਤੰਬਾਕੂ ਅਗਰ ਪਾਨ ਮਸਾਲੇ 'ਚ ਹੁਣ ਕਾਫੀ ਹੱਦ ਤੱਕ ਅਸੀਂ ਸਰਕਾਰਾਂ ਨੇ ਉਹ ਬੰਦ ਕਰ ਦਿੱਤੇ ਨੇ, ਮਗਰ ਟੋਟਲ ਬੈਨ ਲੱਗਣਾ ਚਾਹੀਦਾ। ਔਰ ਗੁਟਕਾ ਜਿਹੜਾ ਹੈਗਾ ਉਹਦਾ ਤਾਂ ਇਸਤੇਮਾਲ ਜਿਹੜਾ ਹੈਗਾ ਕੰਟਰੀ ਤੋਂ ਬਿਲਕੁਲ ਹਟਾ ਦੇਣਾ ਚਾਹੀਦਾ। ਉਹਨਾਂ ਦੱਸਿਆ ਕਿ ਨਾ ਸਿਰਫ ਮਰਦ ਬਲਕਿ ਔਰਤਾਂ ਦੇ ਵਿੱਚ ਵੀ ਇਹ ਲੱਤ ਵੱਧਦੀ ਜਾ ਰਹੀ ਹੈ ਤੇ ਇਹ ਸਭ ਕੁਝ ਵੈਸਟਰਨ ਕਲਚਰ ਦੇ ਤਰ੍ਹਾਂ ਹੋ ਰਿਹਾ ਹੈ ਤੇ ਇਸ ਨੂੰ ਲੈ ਕੇ ਸਰਕਾਰ ਨੂੰ ਵੀ ਕੋਈ ਉਪਾਅ ਕਰਨਾ ਚਾਹੀਦਾ ਹੈ ਤੇ ਇਸ ਨੂੰ ਰੈਵਨਿਊ ਦਾ ਸੋਰਸ ਨਾ ਮੰਨ ਕੇ ਲੋਕਾਂ ਦੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। रुख मौसम का कर लेने हैं तो तापमान है जो लगातार बढ़ता जा रहा है। गर्मी के करके पारा उपर हुंदा जा रहा है तो धुप हुण लोकां नूं परेशान करन लग गई है। तापमान की जे गल कीती जावे तां अज वध तो वध तापमान 28.0 डिग्री सैल्सियस ते घट्टो घट्ट तापमान 13.4 डिग्री सैल्सियस दर्ज किया गया। तां इस बुलेटिन दे विच पास से नहीं, फिर होगी मुलाकात। सत श्री अकाल।